ਨੂੰ ਜੈਮਸੀ ਦੀ। ਸੋ ਖੁਦਾਵੰਦ ਦਾ ਧੰਨਵਾਦ ਕਰਦੇ ਹੈਗੇ। ਖੁਦਾਵੰਦ ਨੇ ਇੱਕ ਵਾਰ ਫੇਰ ਸਾਨੂੰ ਮੌਕਾ ਬਖਸ਼ਿਆ ਹੈਗਾ ਕਿ ਅਸੀਂ ਖੁਦਾਵੰਦ ਦੇ ਜਿਉਂਦੇ ਕਲਾਮ ਨੂੰ ਸਿੱਖ ਸਕੀਏ। ਖੁਦਾਵੰਦ ਦੀ ਇਸ ਵੱਡੀ ਆਸ਼ੀਸ਼ ਲਈ ਖੁਦਾਵੰਦ ਦੇ ਸ਼ੁਕਰਗੁਜ਼ਾਰ ਹਾਂ। ਸੋ ਅੱਜ ਦਾ ਕਲਾਮ ਜੋ ਆਪਾਂ ਖੁਦਾਵੰਦ ਦੇ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਸਿੱਖਣ ਜਾ ਰਹੇ ਹੈਗੇ ਆ, ਉਹ ਫਾਸਟਿੰਗ ਦੇ ਅਕੋਰਡਿੰਗ ਆਪਾਂ ਗੱਲ ਕਰਾਂਗੇ। ਖੁਦਾਵੰਦ ਦੀ ਆਤਮਾ ਦੀ ਅਗਵਾਈ ਵਿੱਚ ਆਪਾਂ ਸਾਰੇ ਹੀ ਜਾਣਦੇ ਹੈਗੇ ਆ ਕਿ ਸਾਡੇ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਸਾਰਿਆਂ ਨੂੰ ਇਹ ਹੁਕਮ ਵੀ ਦਿੱਤਾ ਹੈਗਾ ਤੇ ਸਲਾਹ ਵੀ ਦਿੱਤੀ ਹੈਗੀ ਆ ਕਿ ਅਸੀਂ ਸਾਰੇ ਜਿਹੜੇ ਆਪਣੇ ਆਪ ਨੂੰ ਖੁਦਾਵੰਦ ਦੇ ਰਾਜ ਲਈ ਤਿਆਰ ਕਰਨਾ ਚਾਹੁੰਦੇ ਹੈਗੇ ਆ, ਖੁਦਾਵੰਦ ਦੀ ਬਾਦਸ਼ਾਹੀ ਵਿੱਚ ਜਾਣਾ ਚਾਹੁੰਦੇ ਹੈਗੇ ਆ, ਕਿ ਆਪਾਂ ਪ੍ਰਾਰਥਨਾ ਵੀ ਕਰੀਏ ਤੇ ਨਾਲ ਨਾਲ ਫਾਸਟਿੰਗ ਵਿੱਚ ਹੋ ਕੇ ਵੀ ਅਸੀਂ ਜਿਹੜੇ ਹੈਗੇ ਆ ਸਮਾਂ ਬਤੀਤ ਕਰੀਏ ਖੁਦਾਵੰਦ ਦੀ ਪ੍ਰੈਜ਼ੈਂਸ ਵਿੱਚ। ਸੋ ਆਪਾਂ ਇਸੇ ਹੀ ਮੁੱਦੇ ਉੱਤੇ ਖੁਦਾਵੰਦ ਦੀ ਆਵਾਜ਼ ਨੂੰ ਸੁਣਨ ਜਾ ਰਹੇ ਹੈਗੇ ਆ। ਸੋ ਮੇਰਾ ਈਮਾਨ ਹੈਗਾ ਕਿ ਇਹ ਜਿਹੜਾ ਵਚਨ ਆਪਾਂ ਸਿੱਖਣ ਜਾ ਰਹੇ ਹੈਗੇ ਆ ਸਾਡੇ ਸਾਰਿਆਂ ਲਈ ਬਰਕਤ ਦਾ ਕਾਰਨ ਬਣੇਗਾ। ਸੋ ਅਸੀਂ ਯਸ਼ਾਇਆ ਨਬੀ ਦੀ ਪਵਿੱਤਰ ਪੁਸਤਕ ਉਸਦਾ 58 ਬਾਬ ਤੇ ਉਸਦੀ 3 ਆਇਤ ਖੁਦਾਵੰਦ ਦੇ ਪਵਿੱਤਰ ਕਲਾਮ ਚੋਂ ਪੜਾਂਗੇ। ਇਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ, ਅਸਾਂ ਕਿਉਂ ਵਰਤ ਰੱਖਿਆ ਅਤੇ ਤੂੰ ਵੇਖਦਾ ਨਹੀਂ? ਅਸਾਂ ਕਿਉਂ ਆਪਣੀਆਂ ਜਾਨਾਂ ਨੂੰ ਦੁੱਖ ਦਿੱਤਾ ਅਤੇ ਤੂੰ ਖਿਆਲ ਨਹੀਂ ਕਰਦਾ? ਸੋ ਜਦੋਂ ਅਸੀਂ ਇਸ ਪਹਿਲੇ ਹਿੱਸੇ ਵਿੱਚ ਦੇਖਦੇ ਹੈਗੇ ਆ, ਇੱਕ ਇਨਸਾਨ ਦੀ ਜਿਹੜਾ ਆਪਣੇ ਆਪ ਨੂੰ ਇਹ ਦਾਵਾ ਕਰਦਾ ਹੈਗਾ ਕਿ ਮੈਂ ਵਰਤ ਰੱਖਦਾ ਹੈਗਾ, ਮੈਂ ਪ੍ਰਾਰਥਨਾ ਕਰਦਾ ਹੈਗਾ, ਤੇ ਖੁਦਾਵੰਦ ਨੂੰ ਉਹ ਆਖਦਾ ਹੈਗਾ ਕਿ ਹੇ ਖੁਦਾਵੰਦ, ਮੈਂ ਵਰਤ ਰੱਖਿਆ ਹੈਗਾ, ਤੂੰ ਵੇਖਦਾ ਨਹੀਂ, ਤੇ ਮੈਂ ਆਪਣੀ ਜਾਨ ਨੂੰ ਕਿੰਨਾ ਦੁੱਖ ਦਿੱਤਾ ਹੈਗਾ, ਤੈਨੂੰ ਜਰਾ ਵੀ ਇਸ ਗੱਲ ਦਾ ਖਿਆਲ ਨਹੀਂ ਆਉਂਦਾ। ਸੋ ਬਹੁਤ ਵਾਰੀ ਸਾਡੀਆਂ ਜ਼ਿੰਦਗੀਆਂ ਵਿੱਚ ਵੀ ਏਦਾਂ ਹੁੰਦਾ ਹੈਗਾ ਕਿ ਅਸੀਂ ਪ੍ਰਾਰਥਨਾ ਵੀ ਕਰਦੇ ਹੈਗੇ ਆ ਤੇ ਉਹਦੇ ਨਾਲ ਜਦੋਂ ਸਾਨੂੰ ਮਹਿਸੂਸ ਹੁੰਦਾ ਹੈਗਾ ਕਿ ਅਸੀਂ ਵਰਤ ਰੱਖੀਏ ਤਾਂ ਅਸੀਂ ਵਰਤ ਵੀ ਰੱਖਦੇ ਹੈਗੇ ਆ। ਤੇ ਜਦੋਂ ਵਰਤ ਰੱਖਦੇ ਹੈਗੇ ਆ ਤੇ ਬਹੁਤ ਵਾਰੀ ਸਾਡੀ ਇਸ ਪ੍ਰਾਰਥਨਾ ਦਾ ਜਾਂ ਸਾਡੀ ਉਸ ਫਾਸਟਿੰਗ ਦਾ ਜਿਹੜਾ ਰਿਜ਼ਲਟ ਜਿਹੜਾ ਹੈਗਾ ਸਾਨੂੰ ਛੇਤੀ ਨਹੀਂ ਮਿਲਦਾ, ਤੇ ਇਨਸਾਨ ਜਿਹੜਾ ਹੈਗਾ ਬੇਸਬਰਾ ਹੋ ਕੇ ਖੁਦਾਵੰਦ ਨੂੰ ਇੱਕ ਤਰ੍ਹਾਂ ਅਲਾਮਾ ਹੀ ਦਿੰਦਾ ਹੈਗਾ ਕਿ ਖੁਦਾ ਨੂੰ ਇਹ ਆਖਦਾ ਹੈਗਾ, ਖੁਦਾਵੰਦ ਮੈਂ ਦੁਆ ਪ੍ਰਾਰਥਨਾ ਵੀ ਕਰਦਾ ਹੈਗਾ, ਮੈਂ ਰੋਜ਼ਾ ਵੀ ਰੱਖਦਾ ਹੈਗਾ, ਤੇ ਮੈਂ ਹੋਰ ਵੀ ਬਹੁਤ ਸਾਰੇ ਨੇਕੀ ਦੇ ਕੰਮ ਕਰਦਾ ਹੈਗਾ, ਤੇ ਮੈਂ ਆਪਣੀ ਕੋਸ਼ਿਸ਼ ਦੇ ਨਾਲ ਜਾਂ ਜਿੱਦਾਂ ਮੈਨੂੰ ਠੀਕ ਲੱਗਦਾ ਪ੍ਰਭੂ ਮੈਂ ਪ੍ਰਾਰਥਨਾ ਕਰਦਾ, ਮੈਂ ਵਰਤ ਰੱਖਦਾ, ਲੇਕਿਨ ਤੂੰ ਜਰਾ ਵੀ ਮੇਰੀ ਪਰਵਾਹ ਨਹੀਂ ਕਰਦਾ, ਤੂੰ ਮੇਰੀ ਪ੍ਰਾਰਥਨਾ ਦਾ ਜਵਾਬ ਮੈਨੂੰ ਨਹੀਂ ਦਿੰਦਾ। ਜਾਂ ਜਿਹੜਾ ਮਸਲੇ ਲਈ ਮੈਂ ਪ੍ਰਭੂ ਦੁਆ ਕਰਦਾ ਹੈਗਾ ਕਿ ਤੂੰ ਮੇਰਾ ਆਹ ਮਸਲਾ ਹੱਲ ਕਰ ਦੇ, ਪ੍ਰਭੂ ਤੂੰ ਕਰਦਾ ਨਹੀਂ ਹੈਗਾ। ਦੇਖ ਮੈਂ ਵਰਤ ਦੇ ਵੇਲੇ ਸਾਰਾ ਦਿਨ ਭੁੱਖਾ ਰਿਹਾ, ਮੈਂ ਪਿਆਸਾ ਰਿਹਾ, ਲੇਕਿਨ ਪ੍ਰਭੂ ਤੈਨੂੰ ਮੇਰੀ ਜਰਾ ਵੀ ਪਰ ਇਹ ਜਿਹੜੀ ਹੈਗੀ ਆ ਚਿੰਤਾ ਨਹੀਂ। ਸੋ ਇਨਸਾਨੀ ਹਾਲਾਤ ਨੂੰ, ਇਨਸਾਨ ਦੇ ਮਨ ਦੀ ਹਾਲਤ ਨੂੰ ਇਹ ਬਿਆਨ ਕੀਤਾ ਗਿਆ ਹੈਗਾ ਇਸ ਕਲਾਮ ਦੇ ਵਿੱਚ। ਲੇਕਿਨ ਦੂਸਰੇ ਹਿੱਸੇ ਦੇ ਵਿੱਚ ਖੁਦਾਵੰਦ ਦੀ ਆਵਾਜ਼ ਸੁਣਨ ਨੂੰ ਸਾਨੂੰ ਮਿਲਦੀ ਹੈਗੀ ਆ, ਤੇ ਖੁਦਾਵੰਦ ਉਸ ਵਰਤ ਰੱਖਣ ਵਾਲੇ ਆਦਮੀ ਨੂੰ ਕਹਿੰਦਾ ਹੈਗਾ ਕਿ ਵੇਖ, ਵਰਤ ਦੇ ਦਿਨ ਵੀ ਤੁਸੀਂ ਆਪਣੀ ਹੀ ਖੁਸ਼ੀ ਲੱਭਦੇ ਹੋ ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ। ਵੇਖੋ ਤੁਸੀਂ ਝਗੜੇ ਰਗੜੇ ਲਈ ਅਤੇ ਬੁਰਾਈ ਦੇ ਹੂਰੇ ਮਾਰਨ ਦੇ ਲਈ ਵਰਤ ਰੱਖਦੇ ਹੋ। ਅੱਜ ਜਿਹੇ ਵਰਤ ਰੱਖਣ ਨਾਲ ਤੁਸੀਂ ਆਪਣੀ ਆਵਾਜ਼ ਉਚਾਈ ਤੋਂ ਨਹੀਂ ਸੁਣਾਓ। ਸੋ ਬਹੁਤ ਵਾਰੀ ਆਪਾਂ ਜੇਕਰ ਇਸ ਆਇਤ ਨੂੰ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਵੇਖੀਏ ਕਿ ਆਪਾਂ ਆਪਣੀਆਂ ਜ਼ਿੰਦਗੀਆਂ ਵੱਲ ਵੀ ਗੌਰ ਕਰੀਏ ਕਿ ਜਿੰਨੀ ਵਾਰੀ ਵੀ ਆਪਾਂ ਵਰਤ ਰੱਖਿਆ ਹੈਗਾ, ਕਿ ਸਾਡੀ ਹਾਲਤ ਵੀ ਇਸੇ ਤਰ੍ਹਾਂ ਦੀ ਸੀਗੀ ਕਿ ਅਸੀਂ ਦੁਆ ਕੀਤੀ, ਵਰਤ ਵੀ ਰੱਖਿਆ, ਸਾਰਾ ਦਿਨ ਭੁੱਖੇ ਪਿਆਸੇ ਵੀ ਰਹੇ, ਲੇਕਿਨ ਖੁਦਾਵੰਦ ਨੂੰ ਉਹ ਵਰਤ ਜਿਹੜਾ ਹੈਗਾ ਪਸੰਦ ਨਹੀਂ ਆਇਆ। ਤੇ ਅਸੀਂ ਜਦੋਂ ਖੁਦਾਵੰਦ ਨੂੰ ਚੇਤਾ ਕਰਾਇਆ ਕਿ ਖੁਦਾਵੰਦ ਦੇਖ, ਮੈਂ ਪ੍ਰਾਰਥਨਾ ਵੀ ਕੀਤੀ, ਮੈਂ ਵਰਤ ਵੀ ਰੱਖਿਆ, ਲੇਕਿਨ ਖੁਦਾਵੰਦ ਤੂੰ ਮੇਰੀ ਉਸ ਪ੍ਰਾਰਥਨਾ ਦਾ ਜਵਾਬ ਨਹੀਂ ਦਿੱਤਾ। ਤੇ ਇਸ ਚੈਪਟਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਜੇਕਰ ਅਸੀਂ ਗੌਰ ਨਾਲ ਸਾਰਾ ਚੈਪਟਰ ਪੜ੍ਹੀਏ ਤਾਂ ਸਾਨੂੰ ਸਾਰਿਆਂ ਸਾਡਿਆਂ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈਗਾ। ਸੋ ਬਹੁਤ ਵਾਰੀ ਇਨਸਾਨ ਜਿਹੜਾ ਹੈਗਾ, ਆਪਾਂ ਸਾਰੇ ਕਮਜ਼ੋਰ ਹੈਗੇ ਆ, ਲੇਕਿਨ ਖੁਦਾਵੰਦ ਦੇ ਆਤਮਾ ਦੀ ਅਗਵਾਈ ਦੇ ਨਾਲ, ਆਤਮਾ ਦੀ ਸ਼ਕਤੀ ਲੈਣ ਦੇ ਨਾਲ ਅਸੀਂ ਜਿਹੜੇ ਹੈਗੇ ਆ ਬਲਵਾਨ ਬਣ ਜਾਂਦੇ ਹੈਗੇ ਆ। ਤੇ
ਆਪਾਂ ਗਲਤੀ ਬਹੁਤ ਵਾਰੀ ਕਰ ਬੈਠੇ ਹੈਗੇ ਕਿ ਅਸੀਂ ਦੁਆ ਪ੍ਰਾਰਥਨਾ ਜਦੋਂ ਕਰਦੇ ਹੈਗੇ ਆ, ਲੇਕਿਨ ਵਰਤ ਵੀ ਜਦੋਂ ਰੱਖਦੇ ਹੈਗੇ ਤੇ ਆਪਣੇ ਮਨ ਦੀ ਜਿਹੜੀ ਬੁਰਾਈ ਜਿਹੜੀ ਹੈਗੀ ਆ, ਜਾਂ ਮਨ ਦਾ ਹੰਕਾਰ, ਜਾਂ ਮਨ ਦੀਆਂ ਰਵਸ਼ਾਂ, ਜਾਂ ਸਾਡੇ ਮਨ ਦੇ ਨੈਗੇਟਿਵ ਖਿਆਲ, ਜਾਂ ਬਹੁਤ ਸਾਰੇ ਜਿਹੜੇ ਹੈਗੇ ਆ ਸਵਾਰਥੀਪੁਣਾ, ਜਿਹੜਾ ਪੰਜਾਬੀ ਚ ਵਰਡ ਯੂਜ਼ ਕੀਤਾ ਜਾਂਦਾ ਹੈਗਾ ਕਿ ਸੈਲਫਿਸ਼ਨੈਸ ਜਿਹੜੀ ਹੈਗੀ ਅਸੀਂ ਆਪਣੀ ਜ਼ਿੰਦਗੀ ਚ ਛੱਡਦੇ ਨਹੀਂ ਹੈਗੇ। ਸਾਡਾ ਖੁਦਾਵੰਦ ਯਿਸੂ ਮਸੀਹ ਜਿਹੜਾ ਇਨਸਾਨ ਬਣ ਕੇ ਸਾਡੀ ਸਾਰਿਆਂ ਦੀ ਨਜਾਤ ਦੀ ਖਾਤਰ ਇਸ ਧਰਤੀ ਤੇ ਆਇਆ, ਇਨਸਾਨ ਬਣ ਕੇ, ਜੇਕਰ ਆਪਾਂ ਉਹਦੀ ਜ਼ਿੰਦਗੀ ਵੱਲ ਗੌਰ ਕਰੀਏ ਤਾਂ ਖੁਦਾਵੰਦ ਯਿਸੂ ਮਸੀਹ ਨੇ ਵੀ ਜਦੋਂ ਵਰਤ ਰੱਖਿਆ ਸੀਗਾ, ਆਪਾਂ ਸਾਰਿਆਂ ਨੇ ਉਸ ਚੈਪਟਰ ਨੂੰ ਬਹੁਤ ਵਾਰੀ ਪੜ੍ਹਿਆ ਗਿਆ, ਸ਼ੈਤਾਨ ਨੇ ਕਿੰਨਾ ਭਰਮਾਇਆ ਉਸ ਨੂੰ। ਤੇ ਜੇਕਰ ਆਪਾਂ ਗੌਰ ਕਰੀਏ ਤਾਂ ਖੁਦਾਵੰਦ ਯਿਸੂ ਮਸੀਹ ਨੇ ਜਦੋਂ 40 ਦਿਨ ਤੇ 40 ਰਾਤ ਦਾ ਇੱਕ ਵਰਤ ਰੱਖਿਆ, ਉਹਨਾਂ ਨੂੰ ਬਹੁਤ ਸਾਰੀ ਭੁੱਖ ਲੱਗੀ ਹੋਈ ਸੀਗੀ, ਤੇ ਸ਼ੈਤਾਨ ਨੇ ਉਹਨਾਂ ਨੂੰ ਆਖਿਆ ਕਿ ਤੂੰ ਇਹਨਾਂ ਪੱਥਰਾਂ ਨੂੰ ਕਹਿ ਦੇ ਕਿ ਰੋਟੀਆਂ ਬਣ ਜਾਣ, ਤਾਂ ਰੋਟੀਆਂ ਬਣ ਜਾਣਗੀਆਂ। ਲੇਕਿਨ ਖੁਦਾਵੰਦ ਯਿਸੂ ਮਸੀਹ ਨੇ ਉਸ ਨੂੰ ਜਵਾਬ ਦਿੱਤਾ ਸ਼ੈਤਾਨ ਨੂੰ ਕਿ ਇਨਸਾਨ ਜਿਹੜਾ ਹੈਗਾ ਮੇਰਾ ਰੋਟੀ ਨਾਲ ਜਿਉਂਦਾ ਨਹੀਂ ਰਹਿੰਦਾ। ਸੋ ਇਸ ਗੱਲ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈਗਾ ਕਿ ਯਿਸੂ ਮਸੀਹ ਜਦੋਂ ਇਨਸਾਨੀ ਰੂਪ ਵਿੱਚ ਇਸ ਧਰਤੀ ਤੇ ਆਏ ਸੀਗੇ, ਜਦੋਂ ਉਹਨਾਂ ਨੇ 40 ਦਿਨ ਤੇ 40 ਰਾਤ ਦਾ ਵਰਤ ਰੱਖਿਆ ਤੇ ਉਹਨਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ। ਪਰ ਬਾਈਬਲ ਵੀ ਦੱਸਦੀ ਹੈ ਕਿ ਯਿਸੂ ਮਸੀਹ ਨੂੰ ਬਹੁਤ ਭੁੱਖ ਲੱਗੀ ਤੇ ਸ਼ੈਤਾਨ ਨੇ ਉਹਦੀ ਜ਼ਰੂਰਤ ਦੇ ਅਕੋਰਡਿੰਗ ਹੀ ਉਸ ਨੂੰ ਭਰਮਾਇਆ। ਉਹਨੂੰ ਪਤਾ ਸੀਗਾ ਕਿ ਯਿਸੂ ਮਸੀਹ ਨੂੰ ਭੁੱਖ ਲੱਗੀ ਹੈਗੀ ਆ, ਤੇ ਹੁਣ ਇਸੇ ਹੀ ਮੁੱਦੇ ਨੂੰ ਸਾਹਮਣੇ ਰੱਖ ਕੇ ਟੈਂਪਟੇਸ਼ਨ ਵਿੱਚ ਜਿਹੜਾ ਹੈਗਾ ਯਿਸੂ ਮਸੀਹ ਨੂੰ ਪਾਇਆ ਜਾ ਸਕਦਾ ਹੈਗਾ। ਤੇ ਉਹਨਾਂ ਨੇ, ਸ਼ੈਤਾਨ ਨੇ ਯਿਸੂ ਮਸੀਹ ਨੂੰ ਆਖਿਆ, ਕਹਿੰਦਾ ਜੇਕਰ ਤੂੰ ਚਾਵੇਂ ਇਹਨਾਂ ਪੱਥਰਾਂ ਨੂੰ ਕਹਿ ਦੇਵੇਂ ਤੇ ਇਹ ਰੋਟੀਆਂ ਬਣ ਜਾਣਗੀਆਂ। ਇਹਦਾ ਮਤਲਬ ਇਹ ਹੋਇਆ ਕਿ ਸ਼ੈਤਾਨ ਨੂੰ ਪਤਾ ਸੀਗਾ ਕਿ ਯਿਸੂ ਮਸੀਹ ਪਾਵਰਫੁਲ ਹੈਗੇ ਆ, ਜੇਕਰ ਉਹ ਪੱਥਰਾਂ ਨੂੰ ਵੀ ਕਹਿਣ ਉਹ ਰੋਟੀ ਬਣ ਸਕਦੀਆਂ ਹੈਗੀਆਂ। ਤੇ ਪ੍ਰਭੂ ਯਿਸੂ ਮਸੀਹ ਨੂੰ ਆਖਿਆ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਮੈਨੂੰ ਭੁੱਖ ਲੱਗੀ ਹੋਈ ਹੈਗੀ ਆ, ਬੇਸ਼ੱਕ ਮੇਰੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਕਿ ਮੈਂ ਜਿਹੜਾ ਹੈਗਾ ਵਚਨ ਤੋਂ ਬਾਹਰ ਹੋਵਾਂ, ਕਿਉਂਕਿ ਬਾਈਬਲ ਵਿੱਚ ਦੱਸਿਆ ਗਿਆ ਹੈਗਾ ਕਿ ਯਿਸੂ ਮਸੀਹ ਨੂੰ ਆਖਿਆ ਕਿ ਇਨਸਾਨ ਜਿਹੜਾ ਹੈਗਾ ਨਿਰਾ ਰੋਟੀਆਂ ਨਾਲ ਨਹੀਂ ਜਿਉਂਦਾ ਰਹਿੰਦਾ। ਸੋ ਬਹੁਤ ਵਾਰੀ ਸ਼ੈਤਾਨ ਜਿਹੜਾ ਹੈਗਾ ਤੁਹਾਨੂੰ ਤੇ ਮੈਨੂੰ ਤੇ ਦੁਨੀਆ ਦੇ ਸਾਰੇ ਵਿਸ਼ਵਾਸੀਆਂ ਨੂੰ ਭਰਮਾਉਂਦਾ ਹੈਗਾ ਉਸ ਮੁੱਦੇ ਨੂੰ ਲੈ ਕੇ ਜਿਹੜੀ ਸਾਡੀ ਬਹੁਤ ਜ਼ਿਆਦਾ ਲੋੜ ਹੁੰਦੀ ਹੈਗੀ ਆ। ਫੋਰ ਐਗਜ਼ਾਮਪਲ, ਬਹੁਤ ਵਾਰੀ ਅਸੀਂ ਬੇਰੋਜ਼ਗਾਰ ਹੁੰਨੇ ਗਿਆ, ਸਾਨੂੰ ਅਜਿਹੇ ਭਰਮਾਵੇ ਜਿਹੜੇ ਗਿਆ ਸ਼ੈਤਾਨ ਵੱਲੋਂ ਕਈ ਵਾਰੀ ਪਾਏ ਜਾਂਦੇ ਕਿ ਜਿਹੜੇ ਕੰਮ ਸਾਨੂੰ ਕਰਨੇ ਨਹੀਂ ਚਾਹੀਦੇ, ਸ਼ੈਤਾਨ ਸਾਨੂੰ ਉਹ ਕਰਨ ਨੂੰ ਕਹਿੰਦਾ ਕਿ ਤੂੰ ਏਦਾਂ ਕਰ ਲਾ, ਤੇਰਾ ਆਹ ਮਸਲਾ ਹੱਲ ਹੋ ਜਾਊਗਾ। ਜਾਂ ਕੋਈ ਵੀ ਜਿਹੜੀ ਦੁਨਿਆਵੀ ਬਲੈਸਿੰਗ ਜਿਹੜੀ ਆਪਾਂ ਕਹਿ ਸਕਦੇ ਹਾਂ, ਜਿਹੜੀ ਸਾਨੂੰ ਲੋੜ ਹੈਗੀ ਆ, ਸ਼ੈਤਾਨ ਸਾਨੂੰ ਕਹਿੰਦਾ ਹੈਗਾ ਕਿ ਤੂੰ ਇੰਜ ਕਰ ਲਏਗਾ ਤੇ ਤੇਰਾ ਮਸਲਾ ਹੱਲ ਹੋ ਜਾਊਗਾ, ਕਿਉਂਕਿ ਤੂੰ ਦੁਆ ਕੀਤੀ ਹੋਈ ਹੈਗੀ ਆ, ਤੂੰ ਵਰਤ ਰੱਖਿਆ ਹੋਇਆ ਹੈਗਾ ਤੇ ਖੁਦਾਵੰਦ ਤੇਰੀ ਜ਼ਰੂਰ ਸੁਣੇਗਾ। ਲੇਕਿਨ ਖੁਦਾਵੰਦ ਨੂੰ ਅਲਾਮਾ, ਜਿਵੇਂ ਬਾਈਬਲ ਦੀ ਇਸ ਆਇਤ ਵਿੱਚ ਦੇਖਿਆ ਗਿਆ, ਤੀਸਰੀ ਆਇਤ ਯਸ਼ਾਇਆ ਨਬੀ ਦੀ ਕਿਤਾਬ ਚੋਂ, ਕਿ ਇਨਸਾਨ ਕਹਿੰਦਾ ਹੈਗਾ ਪ੍ਰਭੂ ਨੂੰ ਕਿ ਦੇਖ ਮੈਂ ਵਰਤ ਰੱਖਿਆ ਹੈਗਾ, ਤੂੰ ਦੇਖਦਾ ਨਹੀਂ, ਤੇ ਮੈਂ ਆਪਣੀ ਜਾਨ ਨੂੰ ਬਹੁਤ ਦੁੱਖ ਦਿੱਤਾ ਹੈਗਾ ਤੇ ਤੈਨੂੰ ਜਰਾ ਵੀ ਖਿਆਲ ਨਹੀਂ ਪ੍ਰਭੂ ਆਉਂਦਾ। ਸੋ ਬਹੁਤ ਵਾਰੀ ਜਿਹੜਾ ਹੈਗਾ ਇਹ ਸਾਡੇ ਸਾਰਿਆਂ ਦੀ ਕਮਜ਼ੋਰੀ ਹੋ ਜਾਂਦੀ ਕਿ ਜੇਕਰ ਅਸੀਂ ਕੋਈ ਵੀ ਮੁੱਦਾ ਜਿਹੜਾ ਖੁਦਾ ਦੇ ਅੱਗੇ ਰੱਖਦੇ ਹੈਗੇ ਆ, ਤੇ ਬਹੁਤ ਵਾਰੀ ਸ਼ੈਤਾਨ ਸਾਡੇ ਮਨ ਵਿੱਚ ਇਦਾਂ ਦੀ ਨੈਗੇਟਿਵ ਖਿਆਲ ਲਿਆਉਂਦਾ ਹੈਗਾ ਕਿ ਤੂੰ ਇੰਜ ਕਰਕੇ ਜਿਹੜਾ ਹੈਗਾ ਆਪਣੇ ਮਸਲੇ ਨੂੰ ਹੱਲ ਕਰ ਲਾ। ਲੇਕਿਨ ਸਾਨੂੰ ਉਸ ਵਕਤ ਵੀ ਗੌਰ ਕਰਨ ਦੀ ਲੋੜ ਹੈ ਕਿ ਜਿਹੜੇ ਤਰੀਕੇ ਦੇ ਨਾਲ ਮੈਂ ਇਹ ਬਲੈਸਿੰਗ ਲੈਣੀ ਚਾਹੁੰਦਾਗਾ ਕਿ ਇਹ ਵਚਨ ਤੋਂ ਬਾਹਰ ਤਾਂ ਨਹੀਂ ਹੈਗੀ। ਬੇਸ਼ੱਕ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਇਹ ਸਿਖਾਇਆ ਹੈਗਾ ਕਿ ਜਦੋਂ ਤੁਸੀਂ ਕੋਈ ਵੱਡੀ ਬਲੈਸਿੰਗ ਲੈਣੀ ਚਾਹੁੰਦੇ ਹੈਗੇ ਆ ਤੇ ਤੁਸੀਂ ਦੁਆ ਵੀ ਜ਼ਿਆਦਾ ਕਰੋ ਤੇ ਤੁਸੀਂ ਵਰਤ ਵੀ ਰੱਖੋ। ਸੋ ਬਾਈਬਲ ਸਾਨੂੰ ਸਿਖਾਉਂਦੀ ਹੈਗੀ ਆ। ਬੇਸ਼ੱਕ ਸਾਡੇ ਜਿਸ ਟੌਪਿਕ ਨੂੰ ਆਪਾਂ ਸਿੱਖਣ ਜਾ ਰਹੇ ਹਾਂ ਥੋੜਾ ਹਟਮਾ ਹੈਗਾ, ਲੇਕਿਨ ਖੁਦਾਵੰਦ ਯਿਸੂ ਮਸੀਹ ਦੇ ਜਿਹੜੇ ਚੇਲੇ ਸੀਗੇ ਕਿਸੇ ਬਦਰੂ ਨੂੰ ਬਦਰੂ ਦੇ ਸਤਾਏ ਹੋਏ ਉਸ ਨੌਜਵਾਨ ਲੜਕੇ ਨੂੰ ਠੀਕ ਨਹੀਂ ਕਰ ਸਕੇ, ਤੇ ਯਿਸੂ ਮਸੀਹ ਦੇ ਚੇਲਿਆਂ ਦੇ ਨਾਲ ਉਸ ਲੜਕੇ ਦਾ ਬਾਪ ਲੜਨ ਲੱਗ ਪਿਆ, ਝਗੜਾ ਕਰਨ ਲੱਗਾ। ਤੇ ਜਦੋਂ ਯਿਸੂ ਮਸੀਹ ਉਹਦੇ ਕੋਲ ਆਏ ਤੇ ਉਸਨੇ ਅਲਾਮਾ ਦਿੱਤਾ, ਦੇਖ ਤੇਰੇ ਚੇਲਿਆਂ ਨੇ ਮੇਰੇ ਇਸ ਬੇਟੇ ਨੂੰ ਤੰਦਰੁਸਤ ਨਹੀਂ ਕੀਤਾ। ਤੇ ਫਿਰ ਯਿਸੂ ਮਸੀਹ ਨੇ ਉਸ ਬਦਰੂ ਨੂੰ ਜਿਹੜਾ ਝਿੜਕਿਆ ਤੇ ਉਹ ਬਦਰੂ ਉਸ ਲੜਕੇ ਨੂੰ ਛੱਡ ਕੇ ਚਲੇ ਗਈ ਤੇ ਉਹ ਲੜਕਾ ਆਜ਼ਾਦ ਹੋ ਗਿਆ, ਤੰਦਰੁਸਤ ਹੋ ਗਿਆ। ਤੇ ਖੁਦਾਵੰਦ ਯਿਸੂ ਮਸੀਹ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਕਿ ਪ੍ਰਭੂ ਅਸੀਂ ਕਿਉਂ ਨਹੀਂ ਇਸ ਬਦਰੂ ਨੂੰ ਕੱਢ ਸਕੇ। ਤੇ ਪ੍ਰਭੂ ਨੇ ਆਪਣੇ ਲੋਕਾਂ ਨੂੰ ਦੱਸਿਆ, ਚੇਲਿਆਂ ਨੂੰ, ਕਿ
ਜਦੋਂ ਕੋਈ ਵੱਡੀ ਜਿਹੜੀ ਹੈਗੀ ਆ ਮਸਲਾ, ਵੱਡਾ ਬੰਧਨ ਜਿਹੜਾ ਤੁਸੀਂ ਤੋੜਨਾ ਚਾਹੁੰਦੇ ਹੈਗੇ ਆ, ਤੇ ਦੁਆ ਦੇ ਨਾਲ ਜਿਹੜੀ ਹੈਗੀ ਵਰਤ ਰੱਖਣਾ ਬਹੁਤ ਜ਼ਰੂਰੀ ਹੈਗਾ। ਲੇਕਿਨ ਵਰਤ ਤੇ ਦੁਆ ਦੇ ਨਾਲ ਨਾਲ ਜਿਹੜੇ ਕੁਝ ਇੰਸਟਰਕਸ਼ਨ ਜਿਹੜੀਆਂ ਖੁਦਾਵੰਦ ਨੇ ਦਿੱਤੀਆਂ ਹੈਗੀਆਂ ਸਾਨੂੰ, ਉਸ ਇੰਸਟਰਕਸ਼ਨ ਦਾ ਵੀ ਜਿਹੜਾ ਖਿਆਲ ਰੱਖਣਾ ਪੈਂਦਾ ਹੈਗਾ। ਸੋ ਅਗਲੇ ਹਿੱਸੇ 'ਚ ਜਦੋਂ ਆਪਾਂ ਦੇਖਦੇ ਹੈਗੇ ਆ ਕਿ ਪ੍ਰਭੂ ਕਹਿੰਦਾ ਹੈਗਾ ਕਿ ਤੁਸੀਂ ਝਗੜੇ ਰਗੜੇ ਦੇ ਲਈ ਅਤੇ ਬੁਰਾਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੈਗੇ ਆ। ਅੱਜ ਜਿਹੇ ਵਰਤ ਰੱਖਣ ਦੇ ਨਾਲ ਤੁਸੀਂ ਆਪਣੀ ਆਵਾਜ਼ ਨੂੰ ਉਚਾਈ ਤੋਂ ਨਹੀਂ ਸੁਣਾਓਗੇ। ਸੋ ਬਹੁਤ ਵਾਰੀ ਅਸੀਂ ਆਪਣੀਆਂ ਰੋਜ਼ਾਨਾ ਜ਼ਿੰਦਗੀਆਂ ਵੱਲ ਜਦੋਂ ਗੌਰ ਕਰੀਏ, ਬਹੁਤ ਵਾਰੀ ਅਸੀਂ ਦੁਆ ਕਰਦੇ ਹੈਗੇ, ਅਸੀਂ ਵਰਤ ਵੀ ਰੱਖਦੇ ਹੈਗੇ ਆ, ਤੇ ਦੁਆ ਕਰਨ ਤੋਂ ਬਾਅਦ, ਵਰਤ ਰੱਖਣ ਤੋਂ ਬਾਅਦ ਖੁਦਾਵੰਦ ਦੀ ਸ਼ਾਂਤੀ ਸਾਡੇ ਦਿਲ ਵਿੱਚ ਆਉਣੀ ਚਾਹੀਦੀ ਹੈਗੀ ਆ। ਤੇ ਬਹੁਤ ਵਾਰੀ ਦੁਆ ਕਰਨ ਤੋਂ ਬਾਅਦ ਸਾਨੂੰ ਗੁੱਸਾ ਹੀ ਬਹੁਤ ਜ਼ਿਆਦਾ ਆਉਂਦਾ ਹੈਗਾ, ਤੇ ਬਹੁਤ ਵਾਰੀ ਵਰਤ ਰੱਖਣ ਤੋਂ ਬਾਅਦ ਸਾਨੂੰ ਕ੍ਰੋਧ, ਸਾਨੂੰ ਹੰਕਾਰ, ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਮੋਰ ਦੈਨ ਸਪੈਸ਼ਲ ਜਾਂ ਘਮੰਡੀ ਅਸੀਂ ਕਹਿ ਸਕਦੇ ਹੈਗੇ ਆ, ਸਮਝਣ ਲੱਗ ਪੈਂਦੇ ਹੈਗੇ ਆ। ਖੁਦਾਵੰਦ ਦੀ ਜਿਹੜੀ ਹੈਗੀ ਆ ਹਲੀਮੀ, ਪੋਲਾਈਟਨੈਸ ਜਿਹੜੀ ਹੈਗੀ ਆ, ਹੰਬਲਨੈਸ ਜਿਹੜੀ ਦੁਆ ਕਰਨ ਤੋਂ ਬਾਅਦ, ਵਰਤ ਰੱਖਣ ਤੋਂ ਬਾਅਦ ਸਾਡੀ ਜ਼ਿੰਦਗੀ ਚ ਆਉਣੀ ਚਾਹੀਦੀ ਹੈਗੀ ਆ, ਉਹ ਆਉਣ ਦੀ ਬਜਾਏ ਬਹੁਤ ਵਾਰੀ ਸਾਡੀਆਂ ਜ਼ਿੰਦਗੀਆਂ 'ਚ ਸਾਨੂੰ ਘਮੰਡ ਆ ਜਾਂਦਾ ਹੈਗਾ। ਅਸੀਂ ਬਹੁਤ ਹੀ ਅਜੀਬੋ ਗਰੀਬ ਬਿਹੇਵ ਕਰਨ ਲੱਗ ਪੈਂਦੇ ਹੈਗੇ। ਸੋ ਸਾਨੂੰ ਬਹੁਤ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ ਕਿ ਦੁਆ ਕਰਨ ਤੋਂ ਬਾਅਦ ਤੇ ਵਰਤ ਰੱਖਣ ਤੋਂ ਬਾਅਦ ਸਾਡਾ ਬਿਹੇਵ ਕਿਦਾਂ ਦਾ ਹੈਗਾ ਆਪਣੇ ਨਾਲ ਦੇ ਸਾਥੀਆਂ ਦੇ ਪ੍ਰਤੀ, ਆਪਣੀ ਫੈਮਿਲੀ ਲਾਈਫ ਦੇ ਵਿੱਚ, ਆਪਣੀ ਕਲੀਸਿਆਈ ਭੈਣ ਭਰਾਵਾਂ ਦੇ ਵਿੱਚ, ਨਾਲ ਦੇ ਖਾਦਮਾਂ ਦੇ ਪ੍ਰਤੀ, ਜਾਂ ਹੋਰ ਵੀ ਬਹੁਤ ਸਾਰੇ ਭੈਣ ਭਰਾ ਚਾਹੇ ਗੈਰ ਕੌਮ ਦੇ ਵੀ ਕਿਉਂ ਨਾ ਹੋਣ। ਸੋ ਖੁਦਾਵੰਦ ਦੀ ਸ਼ਾਂਤੀ ਜਿਹੜੀ ਹੈਗੀ ਆ ਤੇ ਖੁਦਾਵੰਦ ਦਾ ਸੁਭਾਅ ਜਿਹੜਾ ਹੈਗਾ ਸਾਡੀ ਜ਼ਿੰਦਗੀਆਂ ਦੇ ਵਿੱਚ ਦੁਆ ਪ੍ਰਾਰਥਨਾ ਕਰਨ ਤੋਂ ਬਾਅਦ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਸੋ ਆਪਾਂ ਕੋਸ਼ਿਸ਼ ਕਰਨੀ ਹੈਗੀ ਹੈ ਕਿ ਖੁਦਾਵੰਦ ਦੀ ਯਿਸੂ ਮਸੀਹ ਦੀ ਸ਼ਾਂਤੀ ਜਿਹੜੀ ਸਾਡੇ ਹਿਰਦਿਆਂ ਵਿੱਚ ਬਣੀ ਰਵੇ। ਸੋ ਬਾਈਬਲ ਵਿੱਚ ਬਹੁਤ ਵਾਰੀ ਜਦੋਂ ਸੰਤ ਪੌਲੁਸ ਜਿਹੜੇ ਹੈਗੇ ਆ ਆਪਣੀਆਂ ਕਲੀਸਿਆਵਾਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਨਾਲ ਦੇ ਸਾਥੀਆਂ ਨੂੰ ਜਦੋਂ ਬਰਕਤ ਦਿੰਦੇ ਸੀਗੇ, ਤੇ ਉਹ ਇਹੋ ਹੀ ਕਹਿੰਦੇ ਸੀਗੇ ਕਿ ਖੁਦਾਵੰਦ ਦੀ ਸ਼ਾਂਤੀ ਜਿਹੜੀ ਹੈਗੀ ਹੈ ਤੁਹਾਡੀ ਰਾਖੀ ਕਰੇ, ਖੁਦਾਵੰਦ ਦੀ ਸ਼ਾਂਤੀ ਤੁਹਾਡੀ ਜਿਹੜੀ ਆ ਜ਼ਿੰਦਗੀਆਂ ਦੇ ਵਿੱਚ ਤੁਹਾਡੀ ਅਗਵਾਈ ਕਰੇ। ਸੋ ਬਹੁਤ ਵਾਰੀ ਇੰਦਾ ਹੋ ਜਾਂਦਾ ਹੈਗਾ ਕਿ ਦੁਆ ਪ੍ਰਾਰਥਨਾ ਕਰਨ ਤੋਂ ਬਾਅਦ ਜਿਹੜਾ ਹੈਗਾ ਸਾਡਾ ਸੁਭਾਅ ਜਿਹੜਾ ਹੈਗਾ ਵਧੀਆ ਹੋਣ ਦੀ ਬਜਾਏ ਕਈ ਵਾਰੀ ਡਿਫਰੈਂਟ ਹੋ ਜਾਂਦਾ ਹੈਗਾ, ਕਿ ਉਦਾਂ ਦਾ ਸੁਭਾਅ ਸਾਡਾ ਹੋ ਜਾਂਦਾ ਜਿਹੜਾ ਖੁਦਾਵੰਦ ਪਸੰਦ ਨਹੀਂ ਕਰਦਾ। ਸੋ ਇਸ ਜਗ੍ਹਾ ਵਿੱਚ ਖੁਦਾਵੰਦ ਯਿਸੂ ਮਸੀਹ ਸਾਨੂੰ ਸਿਖਾਉਂਦੇ ਗਿਆ ਕਿ ਜਦੋਂ ਵੀ ਤੁਸੀਂ ਵਰਤ ਰੱਖੋ ਤਾਂ ਆਪਣੇ ਨਾਲ ਦੇ ਸਾਥੀਆਂ ਦੇ ਨਾਲ, ਆਪਣੇ ਕੋਲੀਗਸ ਦੇ ਨਾਲ, ਆਪਣੇ ਭੈਣਾਂ ਭਰਾਵਾਂ ਦੇ ਨਾਲ ਵਧੀਆ ਬਿਹੇਵ ਕਰੋ। ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈਗੀ ਆ ਤਾਂ ਉਹਨਾਂ ਦੀ ਲੋੜ ਵੇਲੇ ਸਹਾਇਤਾ ਕਰੋ। ਜਦੋਂ ਤੁਸੀਂ ਭੁੱਖਿਆਂ ਨੂੰ ਵੇਖਦੇ ਹੈਗੇ, ਤੁਸੀਂ ਭੁੱਖਿਆਂ ਨੂੰ ਰੋਟੀ ਦੇਵੋ। ਜੇਕਰ ਤੁਸੀਂ ਨੰਗਿਆਂ ਨੂੰ ਦੇਖਦੇ ਹੈਗੇ ਆ, ਆਪਣੀ ਜਿਹੜੀ ਹੈਗੀ ਆ ਜਿਹੜੀ ਪਰਸਨਲ ਚੀਜ਼ ਜਿਹੜੀ ਹੈਗੀ, ਕੋਈ ਕੱਪੜਾ ਲੀੜਾ ਜਾਂ ਕੋਈ ਵੀ ਬਲੈਸਿੰਗ ਜਿਹੜੀ ਹੈਗੀ ਆ ਤੁਹਾਡੇ ਕੋਲ ਹੈਗੀ ਆ, ਜੇਕਰ ਕਿਸੇ ਲੋੜਵੰਦ ਭੈਣ ਭਰਾ ਨੂੰ ਤੁਸੀਂ ਦੇਖਦੇ ਹੈਗੇ ਆ, ਕਿ ਤੁਸੀਂ ਉਸ ਨੂੰ ਜ਼ਰੂਰ ਦੇਵੋ। ਸੋ ਵਰਤ ਰੱਖਣ ਦੇ ਨਾਲ ਜਿਹੜਾ ਹੈਗਾ ਜੋ ਵੀ ਬਲੈਸਿੰਗ ਅਸੀਂ ਖੁਦਾਵੰਦ ਦੇ ਕੋਲੋਂ ਮੰਗਦੇ ਹੈਗੇ ਆ, ਖੁਦਾਵੰਦ ਸਾਨੂੰ ਦੇਣ ਲਈ ਹਮੇਸ਼ਾ ਹੀ ਤਿਆਰ ਹੁੰਦਾ। ਲੇਕਿਨ ਕੋਈ ਜਿਹੜੀਆਂ ਇੰਸਟਰਕਸ਼ਨ ਜਿਹੜੀਆਂ ਖੁਦਾਵੰਦ ਨੇ ਸਾਨੂੰ ਬਖਸ਼ੀਆਂ ਗਿਆ, ਸਾਨੂੰ ਉਹਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈਗਾ। ਖੁਦਾਵੰਦ ਸਾਨੂੰ ਆਖਦੇ ਹੈਗੇ ਆ, ਜੇਕਰ ਕੋਈ ਬੰਦਾ ਬੇਘਰ ਹੈਗਾ ਤਾਂ ਤੁਸੀਂ ਉਸ ਨੂੰ ਆਪਣੇ ਘਰ ਲਿਆਣ ਕੇ ਜਿਹੜਾ ਹੈਗਾ ਉਸ ਨੂੰ ਇਹ ਦੇਖਭਾਲ ਉਹਨੂੰ ਕਰੋ। ਜੇਕਰ ਉਹ ਬਿਮਾਰ ਹੈਗਾ ਤਾਂ ਉਸ ਨੂੰ ਦਵਾਈ ਦਾਰੂ ਦਾ ਇੰਤਜ਼ਾਮ ਕਰੋ। ਜੇਕਰ ਉਹ ਭੁੱਖਾ ਹੈਗਾ ਜਾਂ ਲੋੜਵੰਦ ਹੈਗਾ, ਥੋੜੇ ਬਹੁਤੇ ਪੈਸੇ ਜਿੱਦਾਂ ਦੀ ਵੀ ਤੁਹਾਡੀ ਜਾਂ ਮੇਰੀ ਗੁੰਜਾਇਸ਼ ਹੈਗੀ ਆ, ਤੁਸੀਂ ਉਸ ਦੀ ਲੋੜ ਦੇ ਅਕੋਰਡਿੰਗ ਉਹਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੋ। ਬਹੁਤ ਵਾਰੀ ਜਿਹੜਾ ਹੈਗਾ ਆਪਾਂ ਦੁਆ ਪ੍ਰਾਰਥਨਾ ਰੱਖਦੇ ਹੈਗੇ, ਕਰਦੇ ਹੈਗੇ, ਲੇਕਿਨ ਬਹੁਤ ਵਾਰੀ ਅਸੀਂ ਦੂਸਰੇ ਭੈਣਾਂ ਭਰਾਵਾਂ ਦੇ ਪ੍ਰਤੀ ਜਿਹੜਾ ਸਾਡਾ ਬਿਹੇਵ ਜਿਹੜਾ ਹੈਗਾ ਉਹ ਇੰਨਾ ਜ਼ਿਆਦਾ ਵਧੀਆ ਨਹੀਂ ਹੁੰਦਾ ਜਿੱਦਾਂ ਦਾ ਖੁਦਾਵੰਦ ਚਾਹੁੰਦਾ ਹੈਗਾ। ਸੋ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈਗੀ ਆ ਸਾਡਾ ਸੁਭਾਅ ਜਿਹੜਾ ਹੈਗਾ ਖੁਦਾਵੰਦ ਯਿਸੂ ਮਸੀਹ ਦੇ ਸੁਭਾਅ ਵਰਗਾ ਹੋਵੇ। ਅਸੀਂ ਦੂਸਰਿਆਂ ਦਾ ਫਿਕਰ ਕਰੀਏ। ਬਹੁਤ ਵਾਰੀ ਚਾਹੇ ਅਸੀਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਰਹਿੰਦੇ ਹੈਗੇ ਆ, ਅਸੀਂ ਜਦੋਂ ਦੁਆ ਪ੍ਰਾਰਥਨਾ ਕਰਦੇ ਗਏ, ਅਸੀਂ ਖੁਦਾ ਦੇ ਘਰ ਵਿੱਚ ਵੀ ਜਾਂਦੇ, ਅਸੀਂ ਖਿਦਮਤ ਵੀ ਕਰਦੇ ਗਿਆ, ਤੇ ਅਸੀਂ ਇੰਨੇ ਜਿਹੜੇ ਹੈਗੇ ਆ ਕੀ ਉਹਨੂੰ ਕਹਿ ਸਕਦੇ ਆ ਕਿ ਦੂਸਰਿਆਂ ਦਾ ਫਿਕਰ ਇੰਨਾ ਬਹੁਤਾ ਨਹੀਂ ਕਰਦੇ। ਅਸੀਂ ਜ਼ਰੂਰਤ ਨਾਲੋਂ ਜ਼ਿਆਦਾ ਆਪਣੀ ਫੈਮਿਲੀ ਦਾ ਫਿਕਰ ਕਰਨ ਲੱਗ ਪੈਂਦੇ ਹੈਗੇ। ਸੋ ਫੈਮਿਲੀ ਵੀ ਜਿਹੜੀ ਖੁਦਾਵੰਦ ਨੇ ਸਾਨੂੰ ਬਖਸ਼ੀ ਹੈਗੀ, ਅਸੀਂ ਉਹਦੀ ਵੀ ਦੇਖਭਾਲ ਕਰਨੀ ਹੈਗੀ, ਆਪਣੇ ਬਜ਼ੁਰਗਾਂ ਦੀ, ਭੈਣਾਂ ਭਰਾਵਾਂ ਦੀ, ਜਾਂ ਜਿੰਨੇ ਵੀ ਸਾਡੇ ਨਾਲ ਅਟੈਚਡ ਜਿਹੜੇ ਸਾਡੀ ਭੈਣ ਭਰਾ ਹੈਗੇ ਆ, ਉਹਨਾਂ ਦੀ ਆਪਾਂ ਫਿਕਰ ਕਰਨੀ। ਲੇਕਿਨ ਉਹਨਾਂ ਦੀ ਵੀ ਆਪਾਂ ਫਿਕਰ ਕਰਨੀ ਕਿ ਜਿਹੜੇ ਸਾਨੂੰ ਜਾਣਦੇ ਹੀ ਨੇ, ਜਿਨ੍ਹਾਂ ਨਾਲ ਸਾਡਾ ਕੋਈ ਨਾਤਾ ਨਹੀਂ ਹੈਗਾ,
ਸੋ ਬਹੁਤ ਵਾਰੀ ਅਸੀਂ ਜਦੋਂ ਦੁਆ ਪ੍ਰਾਰਥਨਾ ਵੀ ਕਰਦੇ ਗਏ, ਅਸੀਂ ਵਰਤ ਵੀ ਰੱਖਦੇ ਹੈਗੇ ਆ ਤੇ ਆਪਣੇ ਮਸਲਿਆਂ ਨੂੰ ਖੁਦਾਵੰਦ ਦੇ ਅੱਗੇ ਰੱਖਦੇ, ਪ੍ਰਭੂ ਸਾਡਾ ਆਹ ਮਸਲਾ ਹੱਲ ਕਰ ਦੇ, ਪ੍ਰਭੂ ਸਾਡਾ ਆਹ ਮਸਲਾ ਹੱਲ ਕਰ ਦੇ। ਲੇਕਿਨ ਜਦੋਂ ਵੀ ਆਪਾਂ ਦੁਆ ਪ੍ਰਾਰਥਨਾ ਕਰੀਏ, ਅਸੀਂ ਉਹਨਾਂ ਲੋਕਾਂ ਲਈ ਵੀ ਦੁਆ ਕਰੀਏ ਜਦੋਂ ਵਰਤ ਰੱਖਦੇ ਹੈਗੇ, ਜੇ ਉਹਨਾਂ ਲੋਕਾਂ ਲਈ ਵੀ ਵਰਤ ਵਿੱਚ ਦੁਆ ਕਰੀਏ ਜਿਨ੍ਹਾਂ ਨੂੰ ਅਸੀਂ ਕਦੀ ਵੇਖਿਆ ਹੀ ਨਹੀਂ, ਜਿਨ੍ਹਾਂ ਨੂੰ ਕਦੀ ਵੇਖਿਆ, ਜਿਹੜੇ ਖੁਦਾਵੰਦ ਦੀ ਖਿਦਮਤ ਕਰਦੇ, ਜਿਹੜੇ ਸਾਡੇ ਮਸੀਹ ਭੈਣ ਭਰਾ ਹੈਗੇ ਆ। ਜਦੋਂ ਵੀ ਖੁਦਾਵੰਦ ਸਾਨੂੰ ਖਾਣ ਨੂੰ ਰੋਟੀ ਵੀ ਦਿੰਦਾ ਹੈਗਾ ਤੇ ਅਸੀਂ ਸ਼ੁਕਰ ਕਰਕੇ ਖੁਦਾਵੰਦ ਦਾ ਧੰਨਵਾਦ ਕਰੀਏ, ਸ਼ੁਕਰ ਕਰਕੇ ਖਾਈਏ ਤੇ ਦੁਆ ਕਰੀਏ ਕਿ ਖੁਦਾਵੰਦ ਜਿਸ ਤਰ੍ਹਾਂ ਤੂੰ ਮੈਨੂੰ ਖਾਣ ਨੂੰ ਦਿੱਤਾ ਹੈਗਾ, ਖੁਦਾਵੰਦ ਤੂੰ ਜਿਸ ਤਰ੍ਹਾਂ ਮੈਨੂੰ ਜਿਹੜਾ ਹੈਗਾ ਕੱਪੜੇ ਲੀੜੇ ਗੱਡੀਆਂ ਮੋਟਰਾਂ ਜਾਂ ਕੋਈ ਵੀ ਜਿਹੜੀ ਜ਼ਰੂਰਤ ਜਿਹੜੀ ਪ੍ਰਭੂ ਮੇਰੀ ਤੂੰ ਪੂਰੀ ਕੀਤੀ ਹੈਗੀ ਆ, ਉਹਨਾਂ ਭੈਣਾਂ ਭਰਾਵਾਂ ਦੀ ਵੀ ਪੂਰੀਆਂ ਕਰ ਜਿਹੜੇ ਜਿਹੜੇ ਕਿ ਅੱਜ ਬਹੁਤ ਜ਼ਿਆਦਾ ਲੋੜਵੰਦ ਹੈਗੇ। ਜੇਕਰ ਅੱਜ ਕਰੋਨਾ ਵਾਇਰਸ ਦੇ ਉੱਤੇ ਆਪਾਂ ਗੌਰ ਕਰੀਏ ਤੇ ਇਹ ਖੁਦਾਵੰਦ ਨੂੰ ਮੰਨਣ ਵਾਲੇ ਲੋਕਾਂ ਦੇ ਲਈ ਇੱਕ ਬਹੁਤ ਗੋਲਡਨ ਚਾਂਸ ਹੈਗਾ ਕਿ ਅਸੀਂ ਖੁਦਾ ਦੇ ਹੁਕਮਾਂ ਦੀ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਹੈਗਾ ਪੈਰਵੀ ਕਰ ਸਕਦੇ, ਉਸ ਨੂੰ ਪੂਰੀਆਂ ਕਰ ਸਕਦੇ। ਕਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੇ ਲੋਕ ਭੁੱਖੇ ਹੈਗੇ ਆ, ਬਹੁਤ ਸਾਰੇ ਲੋਕ ਬੇਰੋਜ਼ਗਾਰ ਹੈਗੇ ਆ, ਬਹੁਤ ਸਾਰੇ ਲੋਕ ਜਿਹਨਾਂ ਕੋਲ ਕੱਪੜਾ ਲੀੜਾ ਨਹੀਂ ਹੈਗਾ ਜਾਂ ਉਹ ਬੇਸਿਕ ਨੀਡਸ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਪੂਰੀਆਂ ਨਹੀਂ ਹੋ ਰਹੀਆਂ। ਤੇ ਜੇਕਰ ਸਾਡੇ ਕੋਲ ਇੰਨੀ ਗੁੰਜਾਇਸ਼ ਹੈਗੀ ਆ ਤੇ ਅਸੀਂ ਉਹਨਾਂ ਗਰੀਬਾਂ ਦੀ, ਲੋੜਵੰਦਾਂ ਦੀ, ਭੈਣਾਂ ਭਰਾਵਾਂ ਦੀ ਜਿਹੜੀ ਹੈਗੀ ਆ ਆਪਾਂ ਸਪੋਰਟ ਕਰ ਸਕਦੇ ਹੈਗੇ ਆ। ਆਪਣੇ ਮੁਲਕਾਂ 'ਚ ਜਿਹਨਾਂ ਮੁਲਕਾਂ ਨੂੰ ਆਪਾਂ ਇਹ ਬਿਲੋਂਗ ਕਰਦੇ ਹੈਗੇ ਆ, ਉੱਥੇ ਤਾਂ 10 ਰੁਪਈਏ ਵੀ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਮਾਇਨਾ ਰੱਖਾਉਂਦੇ ਹੈਗੇ। ਸੋ ਬਹੁਤ ਵਾਰੀ ਜਿਹੜਾ ਹੈਗਾ ਅਸੀਂ ਆਪਣੀਆਂ ਪਰਸਨਲ ਲੋੜਾਂ, ਜਿਹਦੀਆਂ ਲੋੜਾਂ ਤੋਂ ਬਿਨਾਂ ਵੀ ਸਾਡਾ ਸਰ ਸਕਦਾ ਹੈਗਾ, ਬਹੁਤ ਵਾਰੀ ਅਸੀਂ ਹੋਟਲਾਂ, ਸੌਰੀ ਮੈਂ ਇਸ ਟੌਪਿਕ ਵੱਲ ਨੂੰ ਨਹੀਂ ਜਾਣਾ ਚਾਹੁੰਦਾ, ਲੇਕਿਨ ਮੈਂ ਇਹ ਸਿਰਫ ਇਹ ਦੱਸਣਾ ਚਾਹੁੰਦਾ ਹੈਗਾ ਕਿ ਸਾਨੂੰ ਆਪਣੇ ਦੂਸਰੇ ਭੈਣਾਂ ਭਰਾਵਾਂ ਦੀ ਜਿਹੜੇ ਸਾਡੇ ਪਿਛਲੇ ਮੁਲਕਾਂ ਦੇ ਵਿੱਚ ਵਸਦੇ ਹੈਗੇ ਆ, ਸਾਨੂੰ ਉਹਨਾਂ ਬਾਰੇ ਵੀ ਸੋਚਣ ਦੀ ਲੋੜ ਹੈਗੀ ਕਿ ਇਸ ਕਰੋਨਾ ਵਾਇਰਸ ਦੇ ਦੌਰਾਨ ਕਿ ਉਹ ਉਹਨਾਂ ਦਾ ਕਿੱਦਾਂ ਗੁਜ਼ਾਰਾ ਚੱਲਦਾ ਹੋਊਗਾ। ਸੋ ਖੁਦਾਵੰਦ ਸਾਡੇ ਤੋਂ ਤੇ ਮੇਰੇ ਤੋਂ ਤੇ ਤੁਹਾਡੇ ਤੋਂ ਸਾਰਿਆਂ ਤੋਂ, ਦੁਨੀਆ ਦੇ ਹਰ ਇੱਕ ਬੰਦੇ ਤੋਂ ਇਸ ਗੱਲ ਦੀ ਮੰਗ ਕਰਦਾ ਹੈਗਾ ਕਿ ਜੇਕਰ ਅਸੀਂ ਵਰਤ ਰੱਖਦੇ ਹੈਗੇ ਆ, ਜਦੋਂ ਅਸੀਂ ਦੁਆ ਕਰਦੇ, ਅਸੀਂ ਦੂਸਰਿਆਂ ਦਾ ਫਿਕਰ ਕਰੀਏ। ਸੋ ਜਦੋਂ ਅਸੀਂ ਦੂਸਰਿਆਂ ਦਾ ਫਿਕਰ ਕਰਨ ਦੇ ਲਈ ਵਰਤ ਰੱਖਾਂਗੇ, ਦੂਸਰਿਆਂ ਦੇ ਮਸਲਿਆਂ ਲਈ ਪ੍ਰਾਰਥਨਾ ਕਰਾਂਗੇ ਤਾਂ ਖੁਦਾਵੰਦ ਸਾਡੇ ਮਸਲਿਆਂ ਨੂੰ ਦੱਸਣ ਤੋਂ ਬਿਨਾਂ ਹੀ ਜਾਣਦਾ ਹੈ। ਆਪਾਂ ਆਪਣੀਆਂ ਫੈਮਲੀਆਂ ਵੱਲ ਵੀ ਗੌਰ ਕਰੀਏ। ਜੇਕਰ ਸਾਡੇ 2 ਬੱਚੇ ਹੈਗੇ ਆ ਤੇ ਜੇਕਰ ਸਾਡਾ ਵੱਡਾ ਬੱਚਾ ਜਾਂ ਛੋਟਾ ਬੱਚਾ ਜਿਹੜਾ ਹੈਗਾ ਆਪਣੇ ਡੈਡੀ ਨੂੰ ਕਹੋਗੇ ਡੈਡੀ ਤੁਸੀਂ ਮੈਨੂੰ ਕੋਈ ਚੀਜ਼ ਲੈਣ ਨੂੰ ਲੈ ਕੇ ਦੇਣ ਨੂੰ ਰਹਿਣ ਦਿਓ, ਮੇਰੇ ਭਰਾ ਨੂੰ ਲੈ ਦਿਓ, ਜਾਂ ਤੁਸੀਂ ਕਿਸੇ ਫਲਾਣੇ ਬੰਦੇ ਨੂੰ ਲੈ ਦਿਓ, ਤਾਂ ਡੈਡੀ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਇਹੋ ਹੀ ਲੋੜ ਮੇਰੇ ਆਪਣੇ ਬੱਚੇ ਲਈ ਜਾਂ ਮੇਰੇ ਇਸ ਬੱਚੇ ਲਈ ਵੀ ਹੈਗੀ ਆ। ਇਹ ਆਪਣੇ ਨਾਲੋਂ ਜ਼ਿਆਦਾ ਦੂਸਰੇ ਬੱਚੇ ਦੀ ਜਾਂ ਦੂਸਰੇ ਭੈਣ ਭਰਾ ਦੀ ਫਿਕਰ ਕਰਦਾ ਹੈਗਾ ਤੇ ਬਾਪ ਦਾ ਦਿਲ ਕਿੰਨਾ ਖੁਸ਼ ਹੁੰਦਾ ਹੋਊਗਾ। ਤੇ ਬਾਪ ਜਿਹੜਾ ਹੈਗਾ ਆਪਣੇ ਬੱਚੇ ਨੂੰ ਖੁਸ਼ ਕਰਨ ਦੇ ਲਈ ਜਿਹਦੇ ਬਾਰੇ ਉਹ ਕਹਿ ਰਿਹਾ ਹੈਗਾ ਉਹ ਉਹਨੂੰ ਵੀ ਉਹ ਚੀਜ਼ ਦਊਗਾ ਤੇ ਤੁਹਾਨੂੰ ਵੀ ਤੇ ਮੈਨੂੰ ਵੀ ਦਊਗਾ, ਉਸ ਬੱਚੇ ਨੂੰ ਵੀ ਦਊਗਾ। ਇਸ ਲਈ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਕਿਹਾ ਗਿਆ ਕਿ ਤੁਹਾਡਾ ਸਵਰਗੀ ਬਾਪ ਤੁਹਾਡੇ ਦੱਸੇ ਤੋਂ ਬਿਨਾਂ ਹੀ ਜਾਣਦਾ ਹੈਗਾ ਕਿ ਤੁਹਾਨੂੰ ਕਿਹਨਾਂ ਵਸਤਾਂ ਦੀ ਲੋੜ ਹੈਗੀ। ਸੋ ਖੁਦਾਵੰਦ ਜਿਹੜਾ ਹੈਗਾ ਸਾਨੂੰ ਬਹੁਤ ਹੀ ਲੌਜੀਕਲੀ ਬਹੁਤ ਸਾਰੀਆਂ ਗੱਲਾਂ ਸਿਖਾਉਂਦੇ ਹੈਗੇ ਆ, ਲੇਕਿਨ ਬਹੁਤ ਵਾਰੀ ਸਾਨੂੰ ਹੀ ਸਮਝ ਨਹੀਂ ਆਉਂਦੀ। ਬੇਸ਼ੱਕ ਖੁਦਾਵੰਦ ਨੇ ਸਾਨੂੰ ਇਹ ਗੱਲ ਫਰਮਾਈ ਹੈਗੀ ਆ ਕਿ ਮੈਨੂੰ ਤੁਹਾਡਾ ਫਿਕਰ ਹੈਗਾ। ਬਾਈਬਲ ਵਿੱਚ ਬਹੁਤ ਵਾਰ, ਬੇਸ਼ੁਮਾਰ ਵਾਰ ਖੁਦਾਵੰਦ ਸਾਨੂੰ ਇਹ ਗੱਲ ਬਿਆਨ ਕਰਦੇ ਹੈਗੇ ਆ, ਵੇਖ ਤੂੰ ਨਾ ਡਰ, ਤੂੰ ਨਾ ਘਬਰ, ਵੇਖ ਮੈਂ ਤੇਰੇ ਅੰਗ ਸੰਗ ਹਾਂ। ਜੇਕਰ ਤੂੰ ਮੇਰੀ ਖਿਦਮਤ ਕਰਦਾ ਹੈਗਾ ਮੈਂ ਤੇਰੀਆਂ ਜ਼ਰੂਰਤਾਂ ਨੂੰ ਪੂਰਾ ਕਰਾਂਗਾ। ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ, ਭੁੱਖ ਲੱਗਦੀ ਹੈ, ਖੁਦਾਵੰਦ ਕਹਿੰਦਾ ਕਿ ਮੇਰੇ ਮੰਨਣ ਵਾਲਿਆਂ ਨੂੰ ਕਿਸੇ ਚੰਗੀ ਵਸਤ ਦੀ ਥੋੜ ਨਹੀਂ ਹੋਵੇਗੀ। ਲੇਕਿਨ ਅਸੀਂ ਬੇਸ਼ੁਮਾਰ ਵਾਰ ਇਹ ਗੱਲ ਪੜ੍ਹੀ ਹੈਗੀ, ਲੇਕਿਨ ਸਾਨੂੰ ਅੱਜ ਤੱਕ ਇਸ ਗੱਲ ਦੀ ਸਮਝ ਹੀ ਨਹੀਂ ਆਈ, ਜਾਂ ਜੇਕਰ ਸਾਨੂੰ ਸਮਝ ਆਈ ਹੈਗੀ ਲੇਕਿਨ ਤਾਂ ਫਿਰ ਆਪਾਂ ਉਸ ਨੂੰ ਫੋਲੋ ਹੀ ਨਹੀਂ ਕੀਤਾ, ਜਾਂ ਉਸ ਨੂੰ ਆਪਣੀ ਲਾਈਫ ਵਿੱਚ ਪ੍ਰੈਕਟੀਕਲੀ ਲਿਆਂਦਾ ਹੀ ਨਹੀਂ। ਸੋ ਬਹੁਤ ਵਾਰੀ ਅਸੀਂ ਗੱਲ ਕਰਦੇ ਗਿਆ ਕਿ ਪ੍ਰਭੂ ਤੇਰਾ ਕਲਾਮ ਜਿਹੜਾ ਹੈਗਾ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ। ਖੁਦਾਵੰਦ ਜਿਨ੍ਹਾਂ ਤੱਕ ਅਜੇ ਤੱਕ ਨਹੀਂ ਪਹੁੰਚਾ, ਇਹਦੇ ਨਾਲ ਦੁਆ ਕਰਨ ਤੋਂ ਇਲਾਵਾ ਸਾਨੂੰ ਇਹ ਵੀ ਕਹਿਣਾ ਚਾਹੀਦਾ ਹੈਗਾ, ਪ੍ਰਭੂ ਤੂੰ ਉਹਨਾਂ ਲੋਕਾਂ ਨੂੰ ਵੀ ਆਪਣਾ ਕਲਾਮ ਪਹੁੰਚਾ ਜਿਹੜੇ ਤੇਰੇ ਕਲਾਮ ਨੂੰ ਰੋਜ਼ ਹੀ ਸੁਣਦੇ ਲੇਕਿਨ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ। ਖੁਦਾਵੰਦ ਉਹਨਾਂ ਦੇ ਜਿਹਨਾਂ ਨੂੰ ਖੋਲ ਦੇ ਤਾਂ ਕਿ ਉਹ ਤੇਰਾ ਕਲਾਮ ਜੋ ਰੋਜ਼ ਸੁਣਦੇ ਗਏ ਉਹ ਫਲ ਲੈ ਕੇ ਆਵੇ। ਬਹੁਤ ਵਾਰੀ ਜਿਹੜਾ ਹੈਗਾ ਸ਼ੈਤਾਨ ਜਿਹੜਾ ਹੈਗਾ ਨਾ ਇੱਕ ਚਲਾਕ ਜਿਹੜਾ ਹੈਗਾ ਕਿ ਵਚਨ ਜਿਹੜਾ ਹੈਗਾ ਜਦੋਂ ਬੀਜਿਆ ਜਾਂਦਾ ਚੁਟਕੀ ਵਿੱਚ ਹੀ ਜਿਹੜਾ ਹੈਗਾ ਉਹ ਚੁੱਕ ਕੇ ਲੈ ਜਾਂਦਾ ਹੈਗਾ। ਬਹੁਤ ਵਾਰੀ ਅਸੀਂ ਖੁਦਾਵੰਦ ਦੇ ਕਿਸੇ ਖਾਦਮ ਨੇ ਪ੍ਰਚਾਰ ਕਰਨ ਵੇਲੇ ਇਹ ਗੱਲ ਦੱਸੀ ਸੀਗੀ ਕਿ ਜਦੋਂ ਕੋਈ ਕਿਸਾਨ, ਕੋਈ ਜ਼ਿਮੀਂਦਾਰ ਜਿਹੜਾ ਜ਼ਮੀਨ 'ਚ ਫਸਲ ਬੀਜਦਾ ਹੈਗਾ
ਤੇ ਉਹ ਘਰ ਆ ਜਾਂਦਾ ਹੈਗਾ ਤੇ ਜਦੋਂ ਵੇਖਦਾ ਹੈਗਾ ਕੁਝ ਸਮੇਂ ਬਾਅਦ ਤੇ ਫਸਲ ਤਾਂ ਉੱਗੀ ਨਹੀਂ, ਉਹਦੇ ਵਿੱਚ ਅਸਲੀ ਫਲ ਦੀ ਬਜਾਏ, ਅਸਲੀ ਫਸਲ ਦੀ ਬਜਾਏ ਜੰਗਲੀ ਬੂਟੀ ਉੱਗ ਗਈ ਹੈਗੀ ਆ। ਤੇ ਉਹ ਜਿਹੜਾ ਕਿਸਾਨ ਜਿਹੜਾ ਹੈਗਾ ਉਹ ਕਹਿੰਦਾ ਹੈਗਾ ਕਿ ਸਾਡੇ ਕਿਸੇ ਵੈਰੀ ਨੇ ਜਿਹੜਾ ਇਹ ਕੰਮ ਕੀਤਾ ਹੈਗਾ, ਕਿ ਹੁਣ ਅਸੀਂ ਵੇਟ ਕਰਾਂਗੇ ਕਿ ਜਦੋਂ ਫਸਲ ਪੱਕੂਗੀ ਤਾਂ ਫਿਰ ਅਸੀਂ ਜੰਗਲੀ ਬੂਟੀ ਨੂੰ ਵੱਖਰਾ ਕਰ ਲਾਂਗੇ ਤੇ ਜਿਹੜੀ ਅਸਲੀ ਕਣਕ ਨੂੰ ਜਿਹੜਾ ਹੈਗਾ ਵੱਖਰੀ ਕਰ ਲਾਂਗੇ। ਲੇਕਿਨ ਜੇਕਰ ਦੂਸਰੇ ਐਂਗਲ ਦੇ ਨਾਲ ਇਸ ਗੱਲ ਨੂੰ ਦੇਖਿਆ ਜਾਵੇ ਤਾਂ ਉਸ ਕਿਸਾਨ ਨੇ ਬੀਜਣ ਤੋਂ ਬਾਅਦ ਉਸ ਬੀਜ ਦੀ ਰਾਖੀ ਨਹੀਂ ਕੀਤੀ, ਤੇ ਜਦੋਂ ਰਾਖੀ ਨਹੀਂ ਕੀਤੀ ਤੇ ਫਿਰ ਵੈਰੀ ਨੂੰ ਮੌਕਾ ਮਿਲ ਗਿਆ, ਉਸਨੇ ਆਪਣਾ ਬੀਜ ਵਿੱਚ ਬੀਜ ਦਿੱਤਾ ਤੇ ਫਿਰ ਕਿੰਨਾ ਨੁਕਸਾਨ ਹੋਇਆ। ਉਸਨੇ ਉਸ ਜੰਗਲੀ ਬੂਟੀ ਨੇ ਜਿਹੜਾ ਹੈਗਾ ਚੰਗੇ ਬੀਜ ਦੀ ਜਿਹੜੀ ਹੈਗੀ ਜਗ੍ਹਾ ਘੇਰ ਲਈ ਤੇ ਚੰਗੀ ਬੀਜ ਦੀ ਜਗ੍ਹਾ ਜਿਹੜਾ ਹੈਗਾ ਉਹ ਜੰਗਲੀ ਬੂਟੀ ਉਸ ਜਗ੍ਹਾ ਤੇ ਉਹ ਜਿਹੜੀ ਹੈਗੀ ਉੱਗ ਗਈ ਤੇ ਬਹੁਤ ਸਾਰੀ ਡਿਸਟਰਬੈਂਸ ਦਾ ਕਾਰਨ ਬਣੀ। ਸੋ ਬਹੁਤ ਵਾਰੀ ਆਪਾਂ ਸਾਰੇ ਜਿਹੜੇ ਆਪਣੀਆਂ ਸਪਿਰਿਚੁਅਲ ਲਾਈਫ ਦੇ ਵਿੱਚ ਬਹੁਤ ਵਾਰੀ ਸਾਨੂੰ ਜਿੰਨੀ ਚੌਕਸੀ ਦੀ ਲੋੜ ਹੁੰਦੀ ਹੈ ਕਿ ਅਸੀਂ ਉਨੀ ਚੌਕਸੀ ਵਰਤਦੇ ਨਹੀਂ ਹੈਗੇ। ਅਸੀਂ ਦੁਆ ਵੀ ਕਰਦੇ ਹੈਗੇ ਆ, ਅਸੀਂ ਵਰਤ ਵੀ ਰੱਖਦੇ ਹੈਗੇ ਆ, ਅਸੀਂ ਨਾਲ ਖੁਦਾਵੰਦ ਨੂੰ ਅਲਾਮੇ ਵੀ ਦੇਈ ਜਾਂਦੇ ਹੈਗੇ ਆ ਕਿ ਪ੍ਰਭੂ ਤੂੰ ਇਦਾਂ ਨਹੀਂ ਕੀਤਾ, ਪ੍ਰਭੂ ਤੂੰ ਉਹਦਾ ਨਹੀਂ ਕੀਤਾ। ਤੇ ਨਾਲ ਅਸੀਂ ਜਿਹੜੇ ਹੈਗੇ ਜਿਵੇਂ ਕਹਿੰਦੇ ਹੈਗੇ ਕਿ ਇੱਕ ਚੋਰੀ ਨਾਲੇ ਉੱਤੋਂ ਦੀ ਸੀਨਾ ਚੋਰੀ, ਨਾਲੇ ਅਸੀਂ ਵਰਤ ਰੱਖਦੇ ਹੈਗੇ ਆ, ਨਾਲੇ ਅਸੀਂ ਜਿਹੜਾ ਹੈਗਾ ਦੁਆ ਕਰਦੇ ਕਿਤੇ ਨਾਲ ਆਪਣੇ ਸਾਥੀ ਨਾਲ ਬੁਰਾ ਵਰਤੀ ਬਿਹੇਵ ਕਰਦੇ ਹੈਗੇ ਆ। ਅਸੀਂ ਜਦੋਂ ਕੋਈ ਭੁੱਖਾ ਵੇਖਦੇ ਕਿ ਉਹਨੂੰ ਰੋਟੀ ਨਹੀਂ ਦਿੰਦੇ, ਅਸੀਂ ਜੇਕਰ ਕੋਈ ਨੰਗਾ ਵੇਖਦੇ ਹੈਗੇ ਜਾਂ ਲੋੜਵੰਦ ਵੇਖਦੇ ਅਸੀਂ ਸਹਾਇਤਾ ਹੀ ਨਹੀਂ ਕਰਦੇ ਤੇ ਫਿਰ ਖੁਦਾ ਨੂੰ ਉਲਾਮਾ ਦਿੰਦੇ ਕਿ ਪ੍ਰਭੂ ਤੂੰ ਸਾਡਾ ਮਸਲਾ ਹੱਲ ਨਹੀਂ ਕੀਤਾ। ਤਾਂ ਖੁਦਾਵੰਦ ਅੱਜ ਦੇ ਇਸ ਕਲਾਮ ਦੇ ਵਿੱਚ ਤੁਹਾਨੂੰ ਤੇ ਮੈਨੂੰ ਇਹ ਗੱਲ ਜਿਹੜਾ ਹੈਗਾ ਕਹਿੰਦਾ ਹੈਗਾ ਕਿ ਜਦੋਂ ਵੀ ਤੁਸੀਂ ਵਰਤ ਰੱਖੋ, ਜਦੋਂ ਵੀ ਤੁਸੀਂ ਦੁਆ ਕਰੋ ਤਾਂ ਜਿਹੜਾ ਹੈਗਾ ਚੌਕਸੀ ਦੇ ਨਾਲ ਕਰੋ। ਬਹੁਤ ਵਾਰੀ ਅਸੀਂ ਜਿਹੜਾ ਹੈਗਾ ਦੁਆ ਪ੍ਰਾਰਥਨਾ ਕਰਨ ਤੋਂ ਬਾਅਦ ਜਾਂ ਕਰਨ ਦੇ ਵੇਲੇ ਅਸੀਂ ਚੌਕਸ ਨਹੀਂ ਹੁੰਦੇ। ਸੋ ਜ਼ਰੂਰੀ ਹੈਗਾ ਆਪਾਂ ਖੁਦਾਵੰਦ ਦੀ ਖਿਦਮਤ ਕਰਦੇ ਹੋਏ, ਖੁਦਾਵੰਦ ਵਿੱਚ ਆਪਣੀ ਜ਼ਿੰਦਗੀਆਂ ਬਤੀਤ ਕਰਦੇ ਵਰਤ ਵੀ ਰੱਖੀਏ, ਪ੍ਰਾਰਥਨਾ ਵੀ ਕਰੀਏ ਤੇ ਬਹੁਤ ਹੀ ਜ਼ਿਆਦਾ ਕਨਸੈਂਟਰੇਟ ਰਹੀਏ, ਕਿਉਂਕਿ ਸ਼ੈਤਾਨ ਜਿਹੜਾ ਹੈਗਾ ਬਹੁਤ ਚਲਾਕੀ ਦੇ ਨਾਲ ਕਈ ਵਾਰੀ ਸਾਡੇ ਉੱਤੇ ਹਮਲਾ ਕਰਦਾ ਹੈਗਾ। ਸੋ ਆਪਾਂ ਕੋਸ਼ਿਸ਼ ਕਰਨੀ ਹੈਗੀ ਆ ਵਰਤਾਂ ਦੇ ਦੌਰਾਨ, ਪ੍ਰਾਰਥਨਾ ਵਾਲੇ ਜੀਵਨ ਦੇ ਦੌਰਾਨ ਅਸੀਂ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਵਧੀਆ ਬਿਹੇਵ ਕਰੀਏ, ਲੋੜਵੰਦਾਂ ਦੀ ਸਹਾਇਤਾ ਕਰੀਏ। ਜਦੋਂ ਵੀ ਸਾਨੂੰ ਮੌਕਾ ਮਿਲੇ ਅਸੀਂ ਖੁਦਾਵੰਦ ਦੇ ਨਾਮ ਨੂੰ ਜਲਾਲ ਦੇਣ ਲਈ ਕੋਈ ਵੀ ਨੇਕੀ ਦਾ ਕੰਮ ਕਰਨ ਤੋਂ ਨਾ ਰੁਕੀਏ। ਖੁਦਾਵੰਦ ਦੇ ਇਸ ਕਲਾਮ ਦੇ ਅਨੁਸਾਰ ਤੁਹਾਨੂੰ ਤੇ ਮੈਨੂੰ ਜੀਵਨ ਗੁਜ਼ਾਰਨ ਦਾ ਮੌਕਾ ਬਖਸ਼ੇ, ਬਲ ਬਖਸ਼ੇ। ਹਰ ਇੱਕ ਸ਼ੈਤਾਨ ਦੀ ਸ਼ਕਤੀ ਜੋ ਤੁਹਾਨੂੰ ਤੇ ਮੈਨੂੰ ਪ੍ਰਾਰਥਨਾ ਦੇ ਦੌਰਾਨ, ਵਰਤ ਦੇ ਦੌਰਾਨ ਜਾਂ ਕਿਸੇ ਵੀ ਤਰੀਕੇ ਦੇ ਨਾਲ ਡਿਸਟਰਬ ਕਰਨਾ ਚਾਹੁੰਦੀ ਹੈਗੀ ਆ, ਯਿਸੂ ਦੇ ਨਾਮ ਵਿੱਚ ਉਹ ਸਾਰੀਆਂ ਸ਼ੈਤਾਨ ਦੀਆਂ ਸ਼ਕਤੀਆਂ ਜਾਂਦੇ ਰਹਿਣ। ਅੱਜ ਤੋਂ ਬਾਅਦ ਤੁਸੀਂ ਖੁਦਾਵੰਦ ਵਿੱਚ ਇੱਕ ਨਵਾਂ ਬਲ ਹਾਸਲ ਕਰੋ। ਖੁਦਾਵੰਦ ਤੁਹਾਡੀਆਂ ਸਪਿਰਿਚੁਅਲ ਲਾਈਫ ਨੂੰ ਹੋਰ ਵੀ ਬਲੈਸ ਕਰੇ। ਖੁਦਾਵੰਦ ਤੁਹਾਡੇ ਸਾਰੇ ਮਸਲਿਆਂ ਨੂੰ ਹੱਲ ਕਰੇ। ਜਿਹੜੀ ਪ੍ਰਾਰਥਨਾ ਤੁਸੀਂ ਕਰੋ ਵਰਤ ਦੇ ਦੌਰਾਨ, ਖੁਦਾਵੰਦ ਸਾਰੀਆਂ ਦੁਆਵਾਂ ਨੂੰ ਆਪਣੇ ਸੁਰਗੀ ਘਰ ਵਿੱਚ ਕਬੂਲ ਕਰੇ। ਖੁਦਾਵੰਦ ਤੁਹਾਡੇ ਸਾਰੇ ਬੰਧਨਾਂ ਨੂੰ ਖੋਲ ਦੇਵੇ, ਸਾਰੇ ਸ਼ਰਾਪ ਯਿਸੂ ਦੇ ਨਾਮ ਵਿੱਚ ਟੁੱਟ ਜਾਣ। ਆਉਣ ਵਾਲਾ ਸਾਰਾ ਸਮਾਂ ਤੁਹਾਡੇ ਲਈ ਭਲਾ ਹੋਵੇ। ਜਿਨ੍ਹਾਂ ਮੁਲਕਾਂ 'ਚ ਤੁਸੀਂ ਰਹਿੰਦੇ ਹੈਗੇ, ਖੁਦਾਵੰਦ ਉਹਨਾਂ ਮੁਲਕਾਂ ਨੂੰ ਬਹਾਲ ਕਰੇ। ਹਰ ਤਰ੍ਹਾਂ ਦੇ ਸ਼ੈਤਾਨ ਦੇ ਬੰਧਨ ਟੁੱਟ ਜਾਣ। ਹਰ ਤਰ੍ਹਾਂ ਦੀ ਸ਼ੈਤਾਨ ਦੀ ਯੋਜਨਾ ਜੋ ਸ਼ੈਤਾਨ ਨੇ ਆਪਣੇ ਲੋਕਾਂ ਦੇ ਖਿਲਾਫ ਬਣਾਈ ਆ, ਯਿਸੂ ਦੇ ਨਾਮ ਵਿੱਚ ਹਮੇਸ਼ਾ ਲਈ ਖਤਮ ਹੋ ਜਾਵੇ। ਆਉਣ ਵਾਲਾ ਸਾਰਾ ਹੀ ਸਮਾਂ ਯਿਸੂ ਦੇ ਨਾਮ ਵਿੱਚ ਤੁਹਾਡੇ ਲਈ ਭਲਾ ਹੋਵੇ, ਵੱਡੀ ਆਸ਼ੀਸ਼ ਵਾਲਾ ਹੋਵੇ। ਆਮੀਨ। ਥੈਂਕ ਯੂ।